ਜੇ ਜਨਾਨੀ ਪਿੱਛੇ ਜਹਾਜ਼ ਅਗਵਾ ਕਰਨ ਵਾਲੇ ਇੱਥੇ ਟਿਕਟਾਂ ਲੈ ਸਕਦੇ ਤੇ ਜਹਾਜ਼ ਅਗਵਾ ਇਸ ਵਾਸਤੇ ਕਰਕੇ ਲਗੇ ਉਹਨਾਂ ਨਾਲ ਪਿਆਰ ਕਿਉਂ ਨਹੀਂ? ਚੰਗੇ ਟ੍ਰੇਨਡ ਸਾਰਿਆਂ ਦਾ ਨਹੀਂ। ਹੁਣ ਤਾਂ ਫੇਰ ਉਹਨਾਂ ਨੂੰ ਕਰਵਾਇਆ, ਕਿਤੇ ਬਿਆਨ ਦਿੱਤਾ ਦੂਜੇ ਦਿਨ ਚਾਲੂ ਹੋ ਗਏ। ਮੈਂ ਆਖਿਆ ਚੰਗਾ, ਮੇਰੇ ਇਸ ਤਰ੍ਹਾਂ ਬੰਦ ਰੱਖਣਗੇ ਤੇ ਸਸਤੇ ਹੋ ਜਾਣਗੇ, ਸਾਰੇ ਲੈ ਲੈਣਗੇ ਕਿ ਲੈਣੀ ਫਿਰ ਦੱਸੋ। ਅਸੀਂ ਵੀ ਇਹੀ ਸੋਚਿਆ ਜੀ। ਅਕਾਲੀ ਦਲ ਨੇ ਕਹਿ ਦਿੱਤਾ ਕਿ ਉਹ ਖਾਲਿਸਤਾਨ ਨਹੀਂ ਮੰਗਦੇ ਤੇ ਨਹੀਂ ਚਾਹੁੰਦੇ। ਕੀ ਤੁਸੀਂ ਖਾਲਿਸਤਾਨ ਦੀ ਮੰਗ ਨੂੰ ਠੀਕ ਸਮਝਦੇ ਹੋ? ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾ, ਨਾ ਵਿਰੋਧ ਕਰਦਾ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ ਰਹਿਣਾ, 2 ਨੰਬਰ ਦੇ ਬਣ ਕੇ ਨਹੀਂ ਰਹਿਣਾ। ਇਹ ਹੁਣ ਸੈਂਟਰ ਸਾਨੂੰ ਦੱਸੇ ਇਹ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਕੰਮ ਸੈਂਟਰ ਦਾ ਹੈ। ਮੈਂ ਕੋਈ ਚੌਂਕੀਦਾਰ ਨਹੀਂ ਵੀ ਉਹਨਾਂ ਦਾ ਕੰਮ ਮੈਂ ਕਰਾਂ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਕਿ ਜੇ ਸਾਨੂੰ ਖਾਲਸਾ ਉਹਨੇ ਦੇ ਦਿੱਤਾ ਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ। ਜਿਹੜੇ ਬੇੜੀਆਂ 'ਚ ਬੱਚੇ ਬਲਦੇਵ ਸਿੰਘ ਨੇ ਪਾਏ ਹੋਏ ਐਰਕੀ ਨਹੀਂ ਪੈਣ ਦੇਣਾ। ਇਹ ਦੱਸੋ ਪੜ੍ਹ ਕੇ ਕੀ ਲਿਖਿਆ? ਕਰਦਾ ਤੇ ਨਾ ਮੈਂ ਵਿਰੋਧ। ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਇਹਦੇ ਬਾਰੇ ਅੱਖਰ ਮੇਰੇ ਉਹਨੇ ਲਿਖਦੇ ਭਾਵੇਂ ਕਾਗਜ਼ ਹੋਰ ਪੜਾ ਕਰਦਾ ਹਾਂ ਤੇ ਨਾ ਵਿਰੋਧ। ਨਾ ਮੈਂ ਹਮਾਇਤ ਨਹੀਂ, ਫੇਰ ਲਿਖਣੇ ਨਾ ਮੈਂ ਹਮਾਇਤ ਕਰਦਾ ਹਾਂ ਨਾ ਵਿਰੋਧ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਹਿੰਦੁਸਤਾਨ ਵਿੱਚ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ। ਚਾਹੁੰਦਾ ਹਾਂ ਨਹੀਂ ਗਾ, ਚਾਹੁੰਦੇ ਹਾਂ। ਚਾਹੁੰਦੇ ਬਹੁਵਚਨ ਸਾਰੇ ਸਿੱਖਾਂ ਦੀ ਗੱਲ ਹੈ। ਹਾਂਜੀ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ। ਇਹ ਸਾਨੂੰ ਇੱਕ ਮਿੰਟ ਠਹਿਰ ਜਾਓ, ਸੈਂਟਰ ਗੌਰਮੈਂਟ ਦੱਸੇ ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। ਅਕਾਲੀ ਦਲ ਨੇ ਕੁਰਬਾਨੀ ਲਈ ਮਰਜੀਵੜਿਆਂ ਦੀ ਸੂਚੀ ਤਿਆਰ ਕੀਤੀ ਹੈ, ਪਰ ਤੁਹਾਡੇ ਪਾਸ ਵੱਖਰਾ ਭਰਤੀ ਦਾ ਰਜਿਸਟਰ ਹੈ। ਤੁਹਾਡੀ ਤੇ ਅਕਾਲੀ ਦਲ ਦੀ ਭਰਤੀ ਦਾ ਫਰਕ ਕੀ ਹੈ? ਇਹ ਅਕਾਲੀ ਦਲ ਨੂੰ ਪੁੱਛੋ। ਜਿਹੜਾ ਮੇਰਾ ਤਰੀਕਾ, ਮੈਂ ਤਰੀਕਾ ਆਪਣਾ ਦੱਸ ਦਿੰਦਾ। ਅਕਾਲੀ ਦਲ ਦਾ ਅਕਾਲੀ ਦਲ ਨੂੰ ਪੁੱਛਣਾ, ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ। ਅਸੀਂ ਇਹ ਕਹਿ ਕੇ ਭਰਤੀ ਕਰਾਉਂਦੇ ਹਾਂ, ਪਹਿਲਾਂ ਤਾਂ ਪੁੱਛੀਦਾ ਵੀ ਤੂੰ ਘਰੇ ਫਤਿਹ ਬੁਲਾਇਆ ਪੱਪੂ ਤੇ ਮੰਮੀ ਨੂੰ ਖੀਰਦੀ ਕਿ ਨਹੀਂ। ਜੇ ਤੂੰ ਕਹਿ ਰਹੇ ਬੁਲਾਇਆ ਤੇ ਫਿਰ ਉਹਨੂੰ ਆਖਿਆ ਤੂੰ ਨਾਂ ਲਿਖਵਾ ਦੇ। ਤੇ ਜਿਹਨੇ ਪੱਪੂ ਤੇ ਮੰਮੀ ਨੂੰ ਜਾ ਕੇ ਫਤਿਹ ਬੁਲਾਉਣੀ ਹੁੰਦੀ ਉਹਨੂੰ ਆਖਿਆ ਤੂੰ 6 ਮਹੀਨੇ ਅੜਕ ਕੇ ਆ ਜੀ। ਹਾਂਜੀ, ਫੇਰ ਨਾਲ ਇਹ ਕਹੀਦਾ ਵੀ ਜਿਹਨੇ MLA ਦੀ ਟਿਕਟ ਲੈਣੀ ਹੈ ਉਹ ਥੱਲੇ ਲਿਖਵਾ ਦੇ, ਮੇਰੇ ਕੋਲ ਟਿਕਟ ਵਾਲਾ ਥਾਂ ਹੈ ਨਹੀਂ ਕੋਈ। ਜਿਹਨੇ ਮੁੰਡਾ ਕੁੜੀ ਚੇਅਰਮੈਨ ਲਾਉਣਾ ਜਾਂ ਕਿਸੇ BA BEd ਵਿੱਚ ਕੋਈ ਦਾਖਲਾ ਦਵਾਉਣਾ, ਮੇਰੇ ਕੋਲ ਕੋਈ ਹੈ ਨਹੀਂ ਗਾ, ਉਹ ਥੱਲੇ। ਮੇਰੇ ਕੋਲ ਤਾਂ ਇਹ ਹੈ, ਇਹਨੇ ਭੈਣਾਂ ਦੀ ਲੁੱਟੀ ਹੈ ਤੇ ਸ਼ਹੀਦਾਂ ਦਾ ਪੀਤਾ ਖੂਨ ਤੇ ਗੁਰੂ ਦੀ ਕੀਤੀ ਬੇਅਦਬੀ, ਉਹਨਾਂ ਤੋਂ ਹੱਕ ਲੈਣਾ ਹੈ ਤੇ ਸੀਸ ਵਾਲੀ ਤੇ ਰੱਖ ਕੇ ਸੜਕ ਤੇ ਤੁਰਨਾ, ਉਹ ਮੇਰੇ ਕੋਲ ਲਿਖਵਾ ਦਿਓ। ਸਾਡੇ ਕੋਲੇ ਲਾਲਚ ਹੈ ਨਹੀਂ 72 ਹੂਰਾਂ ਤੇ ਅੰਗੂਰਾਂ ਦੀ ਸ਼ਰਾਬ ਮਿਲੂਗੀ, ਇਹ ਹੈ ਨਹੀਂ। ਜੇ 72 ਹੂਰੇ ਮਿਲ ਲਾਂਗੇ ਫਿਰ ਕੀ ਬਣੂ? ਇਹ ਕਹਿ ਕੇ ਲਿਖਵਾਈ ਦਾ, ਜਿਹਦਾ ਚਿੱਤ ਕਰਦਾ ਲਿਖਵਾ ਦਿੰਦਾ, ਜਿਹਦਾ ਨਹੀਂ ਚਿੱਤ ਮੰਨਦਾ ਵੀ ਮੇਰੇ ਕੋਲ ਤਾਕਤ ਨਹੀਂ ਜਾਂ ਮੈਂ ਕਰ ਨਹੀਂ ਸਕਦਾ, ਉਹ ਨਹੀਂ ਵੀ ਲਿਖਾਉਂਦਾ। ਬਾਕੀ 16 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਬਹੁਤਿਆਂ ਦਾ ਨਾਂ ਮੈਂ ਲਿਖਿਆ। ਐਲਾਨ ਮੈਂ ਕੀਤਾ ਨਹੀਂ ਗਾ, ਨਾ ਇਹ ਮੇਰੇ ਵੱਲੋਂ ਕਰਿਓ, ਅਖਬਾਰ 'ਚ ਨਾ ਦੇ ਦਾਂਗਾ। ਐਲਾਨ ਮੈਂ ਨਹੀਂ ਕੀਤਾ, ਪਰ ਫਿਰ ਵੀ ਮਾਰ ਦੀ ਕਿਰਪਾ ਨਾਲ 32,000 ਤੇ 700 ਕੋਲ 35-34 ਹੋ ਗਏ। ਨਾ ਲਿਖ ਦੇਣੀ ਨਹੀਂ ਤੇ ਮੈਂ ਫਿਰ ਅਕਾਲੀ ਦਲ ਦੇ ਦਫ਼ਤਰ 'ਚ ਭੇਜ ਦਿੰਦਾ, ਕਿਉਂਕਿ ਉਹ ਦਫ਼ਤਰ ਵਾਲੀ ਲਿਖਤ ਸੰਤ ਜੀ ਕੋਲੇ ਮਗਰੋਂ ਆਉਂਦੀ ਹੈ, ਦਰਬਾਰ ਕੋਲੇ ਪਹਿਲਾਂ ਜਾਂਦੀ ਹੈ। ਇਸ ਵਾਸਤੇ ਮੈਂ ਵੱਖਰੀ ਲਿਖੀ ਹੈ। ਹਾਂ, ਲਿਖੇ ਸੰਤਾਂ ਨੂੰ ਪੁੱਛ ਕੇ। ਲਿਖਣ ਦਾ ਕਾਰਨ ਇਹ ਬਣਿਆ ਕਿ ਜਿਵੇਂ ਹੁਣ ਪੰਡਾਲ ਭਰਿਆ, ਹੁਣ ਤਾਂ ਬਹੁਤ ਥੋੜ੍ਹੇ ਇੱਥੇ ਸਿਰ ਸਿੱਟਣ ਨੂੰ ਥਾਂ ਨਹੀਂ, ਸਾਰੇ ਨਾਨਕ ਵਾਸਤੇ ਸੂਚਨਾ ਤੱਕ ਸੀ। ਲਿਖੇ ਮੈਂ ਤਾਂ ਸੰਗਤ ਵੀਰ ਗਈ ਸੀ, ਅੜ ਗਈ ਸੀ ਵੀ ਅਸੀਂ ਥੱਲੇ ਨਹੀਂ ਲਿਖਾਉਣਾ ਗਾ, ਲਿਖਾਉਣਾ ਤੇਰੇ ਕੋਲੇ ਲਿਖਾਉਣਾ ਤੇ ਜੇ ਨਹੀਂ ਤਾਂ ਅਸੀਂ ਘਰ ਨੂੰ ਜਾਂਦੇ ਹਾਂ। ਫਿਰ ਮੈਂ ਕਦੇ ਬੈਠੇ, ਮੈਂ ਸੰਤਾਂ ਕੋਲ ਜਾ ਕੇ ਦਫ਼ਤਰ 'ਚ ਪੁੱਛ ਕੇ ਆਇਆ ਵੀ ਸੰਗਤ ਤਾਂ ਸੁਭਾਅ ਬਣਾਈ ਬੈਠੀ, ਦੱਸੋ ਕੀ ਕਰੀਏ। ਜੇ ਤੁਸੀਂ ਕਹੋ ਤਾਂ ਮੈਂ ਲਿਖ ਲਵਾਂ, ਜੇ ਕੱਲ੍ਹ ਨੂੰ ਕਹੇ ਆਪਦਾ ਅਕਾਲੀ ਦਲ ਵੱਖਰਾ ਬਣਾਉਂਦਾ ਫਿਰਦਾ ਤੇ ਫਿਰ ਤੁਸੀਂ ਆਪਦਾ ਨੂੰ ਤਾਂ ਲਿਖਵਾ ਲਓ ਜੇ ਲਿਖਦੇ ਤੇ। ਸੰਤ ਕਹਿੰਦੇ ਲਿਖ ਲਾ, ਤੇ ਲਿਖ ਕੇ ਤੇ ਉਹਨਾਂ ਦੇ ਨਾਂ ਦਫ਼ਤਰ 'ਚ ਭੇਜ ਦੇ। ਮੈਂ ਕਿਹਾ ਜੀ ਮੇਰਾ ਜਵਾਬ ਹੈ। ਕਹਿੰਦੇ ਕਿਉਂ? ਮੈਂ ਤੁਹਾਡੇ ਕੋਲ ਰਿਪੋਰਟ ਪਿੱਛੋਂ ਆਉਣੀ ਹੈ ਉੱਥੋਂ ਵਾਲਿਆਂ ਦੀ, ਤੇ ਉੱਥੇ ਪਹਿਲਾਂ ਜਾਣੀ ਹੈ, ਤੇ ਜਿਹੜੇ ਮੇਰੇ ਰਜਿਸਟਰ ਦੁਆਰਾ ਤੁਹਾਡੇ ਕੋਲ ਆਏ ਤੇ ਉਹ ਦਿਨ ਚੜ੍ਹਦੇ ਨੂੰ ਸਾਰੇ ਜੇਲ੍ਹ 'ਚ ਹੋਣੇ ਆ। ਹਾਂ, ਮੈਂ ਇੱਕ ਸ਼ਰਤ 'ਤੇ
ਤੁਹਾਨੂੰ ਯਕੀਨ ਦਿਵਾਉਣਾ ਵੀ ਜਿੱਦੇ ਤੁਸੀਂ ਮਰਜ਼ੀਵੜੇ ਇਕੱਠੇ ਕਰਕੇ ਕਿਸੇ ਪਾਸੇ ਤੋਰਨੇ ਹੈ 32,000 ਤੇ ਕੁਝ ਸੈਂਕੜੇ ਦੇ ਹਿਸਾਬ ਨਾਲ ਮੇਰੇ ਕੋਲ ਨਾਂ ਆਏ ਹੈ ਹਾਂਜੀ ਤੇ ਤੁਸੀਂ ਜਿਹੜਾ 1,15,000 ਲਿਖਿਆ ਉਹ ਇੱਕ ਪਾਸੇ ਤੁਸੀਂ ਕਲਿਆਰ 32,000 ਦੀ ਲੈਣ ਲੱਗ ਕੇ ਮੈਂ ਕਲਿਆਰ ਦੂੰਗਾ ਬੰਦੇ ਗਏ ਨੇ ਬੰਦੇ ਮੈਂ ਦੇ ਦੂੰ ਪੂਰੇ ਲਿਸਟ ਨਹੀਂ ਦੇਣੀ ਕਿਉਂਕਿ ਇੱਥੇ ਹੁੰਦਾ ਵੀ ਜੇ ਤਾਂ ਤੂੰ ਯੂਥ ਵਿੰਗ ਨਾਲ ਦੱਸ ਜੇ ਉਹ ਕਹਦੇ ਮੈਂ ਯੂਥ ਵਿੰਗ ਨਾਲ ਤੇ ਪੁਲਿਸ ਨੂੰ ਟੈਲੀਫੋਨ ਜਾਂਦਾ ਛੱਡ ਦਿਓ ਜੇ ਉਹ ਕਹਦੇ ਮੈਂ ਫੈਡਰੇਸ਼ਨ ਨਾਲ ਕਹਿੰਦੇ ਕਿਤਾਬਾਂ ਚਾੜੋ ਇੱਕ ਟੈਲੀਫੋਨ ਜਾਂਦਾ ਲਿਸਟ ਕਿਵੇਂ ਦੇ ਉੱਥੇ 32,000 ਹੋ ਗਏ ਗਾਹ ਹੀ ਬੰਦ ਕਰਤਾ ਲਿਖਣਾ ਨਾ ਤਾਂ ਅਖਬਾਰ 'ਚ ਕੱਢਿਆ ਸੰਗਤ ਨੂੰ ਅਜੇ ਕੋਈ ਪਤਾ ਨਹੀਂ ਨਹੀਂ ਮਤਲਬ ਕਿਹਾ ਨਹੀਂ ਅਸੀਂ 10,000 ਤਾਂ ਫੌਜੀ ਆ ਫੌਜੀ ਨਾ ਹੀ ਨਹੀਂ ਕਿਸੇ ਦਾ ਲਿਖਿਆ ਠੀਕ ਆ 10,000 ਫੌਜੀ ਆ ਪੱਕਾ ਜਰਨੈਲ ਮੇਜਰ ਕਰਨਲ ਮਿਲਦੇ ਸਾਰੇ ਉਹਨਾਂ ਦੇ ਉਹ ਗੁਪਤ ਰੱਖੇ ਆ ਲਿਖੇ ਨਹੀਂ ਮੈਂ ਕਿਹਾ ਲਿਖਿਆ ਕੀ ਪਤਾ ਕੋਈ ਵਿੱਚੋਂ ਹੀ ਬੇਈਮਾਨ ਚੁੱਕ ਕੇ ਦੇ ਦੇਵੇ ਲਿਸਟ 10,000 ਤੇ 10,000 ਦੇ 10,000 ਕੋਲੇ 1000 ਐਲਾਨ ਮੇਰਾ ਹੈ ਕਿ ਬੰਬ ਤੋਪ ਗ੍ਰਨੇਡ ਬ੍ਰੇਨ ਗਨ ਜੋ ਰੱਖੀ ਰੱਖੋ ਬਹਿ ਜਾਓ ਭਾਈ ਸਭ ਪੁੱਛ ਲੈਣਾ ਸਭ ਕਰਦੇ ਹੋ ਕਿ ਵਰਤਮਾਨ ਸਮੇਂ ਵਿੱਚ ਨਿਰਾਲਾ ਸਿੱਖ ਰੂਪ ਖਤਰੇ ਵਿੱਚ ਹੈ ਕੀ ਬਹੁ ਗਿਣਤੀ ਦੇ ਫਿਰਕਾ ਪਰਸਤ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ ਇਸ ਦੇ ਟਾਕਰੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਸੋਚਦੇ ਹੋ ਇਹ ਅਨੁਭਵ ਕਰ ਲਿਆ ਹੈ ਜੋ ਤੁਸੀਂ ਪ੍ਰਸ਼ਨ ਕੀਤਾ ਉਹ ਠੀਕ ਹੈ ਜਿਹੜੀ ਬਹੁ ਗਿਣਤੀ ਉਹ ਘੱਟ ਗਿਣਤੀ ਨੂੰ ਆਪਣੇ ਜਜ਼ਬ ਕਰਕੇ ਖਤਮ ਕਰਨਾ ਚਾਹੁੰਦੀ ਉਹ ਹੈ ਨਹੀਂ ਭਸਮ ਕਰਨਾ ਚਾਹੁੰਦੀ ਹੈ ਇਹਦੇ ਟਾਕਰੇ ਵਾਸਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੀ ਇਕੱਤਰਤਾ ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ ਵਿਸ਼ੇਸ਼ ਤੌਰ ਤੇ ਸਿੱਖ ਜਗਤ ਦੀ ਇਕੱਤਰਤਾ ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ ਪ੍ਰਾਪਤ ਕਰਨਾ ਇੱਕ ਤਾਂ ਇਹ ਖਤਰਾ ਹੈ ਵੀ ਦੁਨਿਆਵੀ ਪੱਖ ਤੋਂ ਪਰ ਧਾਰਮਿਕ ਪੱਖ ਤੋਂ ਮੁੱਖ ਰੱਖ ਕੇ ਮੈਂ ਖਤਰਾ ਬਹੁਤਾ ਪ੍ਰਤੀਤ ਮਹਿਸੂਸ ਨਹੀਂ ਕਰਦਾ ਰਾਜਨੀਤੀ ਪੱਖ ਤੋਂ ਹੈ ਧਾਰਮਿਕ ਪੱਖ ਤੋਂ ਮੈਂ ਬਹੁਤਾ ਮਹਿਸੂਸ ਇਸ ਵਾਸਤੇ ਨਹੀਂ ਕਰਦਾ ਕਿ ਡਰ ਬੱਕਰੀਆਂ ਤੇ ਭੇਡਾਂ ਨੂੰ ਹੁੰਦਾ ਸ਼ੇਰਾਂ ਨੂੰ ਨਹੀਂ ਆਪਾਂ ਕਰਾਂਗੇ ਘਰ ਦੇ ਪੋਤਾਂ ਕਿਸੇ ਬੁੱਢੀ ਚਲੀ ਹਮਾਰੇ ਸਿੱਖਾਂ ਬਾਰੇ ਤੁਹਾਡੀ ਕੀ ਰਾਏ ਹੈ ਕੀ ਉਹ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਅਕਾਲੀ ਲੀਡਰਸ਼ਿਪ ਤੇ ਤੁਹਾਡੇ ਵਿਰੁੱਧ ਬਿਆਨ ਦੇ ਰਹੇ ਹਨ ਉਹਨਾਂ ਦੀ ਸੋਚ ਵੱਖਰੀ ਹੈ ਜਾਂ ਉਹ ਨਿੱਜੀ ਸਵਾਰਥੀ ਨੇ ਕਾਂਗਰਸ ਵਿੱਚ ਜਿਹੜੇ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਸੱਚਾਈ ਦੇ ਤੌਰ ਤੇ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਤੇ ਜਿਹੜੇ ਸਿੱਖ ਇੰਦਰਾ ਦੀਆਂ ਚਪਲੀਆਂ ਝਾੜਨ ਦੇ ਸ਼ੌਕੀਨ ਹੈ ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ ਬਟਰੂਪੀ ਸਮਝਦਾ ਹਾਂ ਇੱਕ ਗੱਲ ਨਿਸ਼ਚੇ ਨਾਲ ਕਹਿ ਦਿੰਦਾ ਕਿ ਮੰਤਰੀ ਮੰਡਲ ਵਿੱਚ ਜੋ ਹੈ ਜਨਤਾ ਵਿੱਚ ਕਾਂਗਰਸੀ ਨਹੀਂ ਜਿਹੜੇ ਮੰਤਰੀ ਮੰਡਲ ਵਿੱਚ ਹੈ ਉਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਹੀਂ ਮੰਨਦਾ ਸਿੱਖ ਉਹਨਾਂ ਨੂੰ ਇੰਦਰਾ ਦੇ ਮੰਨਦਾ ਜਿਹਦਾ ਤੂੰ ਨਾ ਬਹੁਤਾ ਬੋਲਿਆ ਘਰੇ ਹਟ ਜਾਣਗੇ ਜਿਹਦਾ ਮੈਂ ਸਬੂਤ ਦੇਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਦੀ ਮੌਤ ਹੋਈ ਮੈਥੋਂ ਬਿਨਾਂ ਅਕਾਲੀ ਮੰਡਲ ਨੇ ਵੀ ਕਾਂਗਰਸੀ ਮੰਡਲ ਨੇ ਸਾਰੇ ਨੇ ਅਫਸੋਸ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲੱਗ ਗਈ ਲਾ ਦਿੱਤੀ ਗਈ ਰਾਜ ਵਾਲਿਆਂ ਵੱਲੋਂ ਹਿੰਦੁਸਤਾਨ ਦਾ ਇੱਕ ਵੀ ਕਾਂਗਰਸੀ ਬਾਂਹ ਖੜੀ ਕਰਕੇ ਕਹੇ ਜਿਹਨੇ ਨਿਖੇਧੀ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਉੱਥੋਂ ਸਿੱਧ ਹੁੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਇੰਦਰਾ ਦੀਆਂ ਚਪਲੀਆਂ ਦੇ ਸਿੱਖ ਸਵਰਨ ਸਾਹਿਬ ਨੇ ਮੈਂ ਉੱਥੇ ਇਹੀ ਦੱਸਿਆ ਜੀ 80 ਮਿੰਟ ਦੀ ਟੇਪ ਹੋ ਗਈ ਬੜਾ ਹੈ ਤੇ ਖੋਲ ਚੁੱਕੀ ਨਹੀਂ ਕਹਿ ਲੋ ਮੈਂ ਉਹਨੇ ਇਹ ਪੁੱਛਿਆ ਸੀ ਕਿ ਤੂੰ ਇੰਦਰਾ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਤੇ ਆਏ ਬੈਠਾ ਹੀ ਪਹਿਲਾਂ ਉਹ ਆਏ ਬਹਿ ਗਿਆ ਮੈਨੂੰ ਇਹ ਕੀ ਮੈਂ ਪੁੱਛਿਆ ਤੂੰ ਇੰਦਰਾ ਦਾ ਸਿੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਕਹਿੰਦਾ ਤੈਨੂੰ ਸ਼ੱਕ ਹੈ ਮੈਂ ਕਿਹਾ ਮੈਨੂੰ ਤਾਂ ਸ਼ੱਕ ਨਹੀਂ ਸੀ ਮੈਨੂੰ ਤਾਂ ਨਿਸ਼ਚੈ ਵੀ ਤੂੰ ਇੰਦਰਾ ਦਾ ਸਿੱਖ ਹੈ ਤੂੰ ਦੱਸ ਕੀ ਹੈ ਅਸੀਂ 5 ਜਾਣੇ ਸੀ ਸਵਰਨ ਸਿੰਘ ਬਲਵੰਤ ਸਿੰਘ ਲੱਡੂ ਲੱਡੂ ਸਾਹਿਬ ਕਾ ਖਜ਼ਾਨੀ ਸੀ
ਖਜ਼ਾਨਾ ਮੰਤਰੀ ਤੇ ਹੁੰਦਲ ਤੇ ਭਾਨਸ ਦੇ ਦੋ ਪੰਜੇ ਸੀ ਅਸੀਂ। ਮੈਨੂੰ ਕਹਿਣ ਲੱਗਾ ਜੀ ਮੈਂ ਗੁਰੂ ਕਾ ਸਿੱਖ ਹਾਂ। ਜੋ ਮੈਂ ਤੈਨੂੰ ਕਹੀ ਜਾਣਾ ਤੂੰ ਇੰਦਰਾ ਦਾ ਸਿੱਖ ਹੈ, ਤੂੰ ਗੁਰੂ ਕਾ ਸਿੱਖ ਕਿਵੇਂ? ਆਂਦਾ ਮੈਂ ਅੱਗੇ ਸੁਣਿਆ ਸੀ ਤੁਸੀਂ ਕਰੜੇ ਬਹੁਤ ਅੱਜ ਵੇਖ ਲਿਆ। ਮੈਂ ਚੱਲ ਚੰਗਾ, ਪਰ ਮੈਂ ਕਿਹਾ ਇੰਨਾ ਦੱਸ ਵੀ ਤੁਸੀਂ ਸੱਚ ਨੂੰ ਕਰੜਾ ਮੰਨਦੇ ਕਿ ਝੂਠ ਨੂੰ? ਜਿਹੜਾ ਸੱਚ ਨੂੰ ਕਰੜਾ ਮੰਨਦੇ ਮੈਂ ਪੂਰਾ ਸਖਤ ਹੈ, ਜੇ ਝੂਠ ਨੂੰ ਮੰਨਦੇ ਝੂਠ ਸਿੱਧ ਕਰਕੇ ਨਾ ਦੱਸੋ। ਫਿਰ ਆਹ ਮਿਸਾਲ ਦਿੱਤੀ ਸੀ। ਮੈਂ ਤੂੰ ਲਾਲੇ ਦੀ ਨਿਖੇਧੀ ਕੀਤੀ ਕਿ ਨਾ ਕੀਤੀ ਹੈ? ਮੈਂ ਗੁਰੂ ਗ੍ਰੰਥ ਸਾਹਿਬ ਦੇ ਸੜ ਜਾਣ ਦੀ ਨਿਖੇਧੀ ਕੀਤੀ ਆ? ਕਹਿੰਦਾ ਨਹੀਂ। ਤੇ ਮੈਂ ਫਿਰ ਕਿਉਂ? ਆਂਦਾ ਜੀ ਉਹਨੇ ਇੱਥੇ ਚਾਤਰਤਾ ਵਰਤੀ। ਆਂਦਾ ਇਹ ਅਣਗਹਿਲੀ ਹੈ। ਉਹ ਪੜ੍ਹਿਆ ਲਿਖਿਆ ਵਾਵਾ ਨਾ। ਆਂਦਾ ਅਣਗਹਿਲੀ ਹੈ। ਮੈਂ ਕਿਹਾ ਆਪਾਂ ਹੁਣ ਕੱਢ ਲੈਂਦੇ ਹਾਂ। ਆਂਦਾ ਅਣਗਹਿਲੀ ਹੈ, ਗਲਤੀ ਨਹੀਂ, ਮੈਂ ਹੁਣ ਸੂਰ ਕਰ ਲੈ ਕੇ ਦੱਸੋ। ਮੈਂ ਕਿਹਾ ਬੈਠੇ ਪ੍ਰੈਸ ਵਾਲੇ ਬਾਹਰ ਤੇ ਉਹਨਾਂ ਨੂੰ ਸੱਦ ਲਿਆ ਇੱਥੇ ਤੇ ਬਿਆਨ ਦੇ ਦੇ ਵੀ ਮੈਥੋਂ ਅਣਗਹਿਲੀ ਹੋ ਗਈ ਹੈ ਤੇ ਮੈਂ ਆਪਣੇ ਇਸ ਦਾ ਹੱਕ ਲਵਾਂਗਾ। ਕਹਿੰਦਾ ਜੀ ਮਜਬੂਰੀ ਹੈ। ਮੈਂ ਕਿਹਾ ਇੰਦਰਾ ਦਾ ਸਿੱਖ ਹੈ। ਐਵੇਂ ਨਹੀਂ ਜਾ ਕੇ ਉਹਨੇ ਬਾਹਰ ਸੱਚ ਲਿਖ ਦਿੱਤਾ ਸਾਰਾ ਕੁਝ। ਅਣਗਹਿਲੀ ਤਾਂ ਦੂਰ ਕਰ ਲਓ, ਕਿਹੜਾ ਜੋਰ ਲੱਗਣਾ। ਅਕਾਲੀ ਦਲ ਹਮੇਸ਼ਾ ਮੰਗ ਕਰਦਾ ਹੈ ਰਾਸ਼ਟਰਪਤੀ ਸਿੱਖ ਬਣਾਓ, ਸਿੱਖਾਂ ਨੂੰ ਵਜ਼ੀਰੀਆਂ ਦਿਓ, ਰਾਜ ਭਾਗ ਵਿੱਚ ਹਿੱਸਾ ਦਿਓ, ਸਭ ਥਾਈਂ ਅਸੀਂ ਹਿੱਸਾ ਮੰਗਦੇ ਹਾਂ। ਕੀ ਸਰਕਾਰ ਵਿੱਚ ਕੁਝ ਸਿੱਖਾਂ ਨੂੰ ਉੱਚ ਪਦਵੀਆਂ ਦੇਣ ਨਾਲ ਸਿੱਖ ਕੌਮ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ? ਕੀ ਇਸ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੁੰਦਾ ਹੈ? ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਤੇ ਉਸੇ ਆਸ਼ ਤੇ ਚੱਲਣ ਵਾਲਾ ਹੋਵੇ ਤੇ ਫੇਰ ਹੋ ਸਕਦਾ ਹੈ। ਜਿਹੜਾ ਗੁਰੂ ਦਾ ਬਹਾਨਾ ਬਣਾ ਕੇ ਤੇ ਕੁਰਸੀ ਦਾ ਮਾਲਕ ਬਣ ਕੇ ਤੇ ਮੁੜ ਕੇ ਜਨਾਨੀਆਂ ਚੱਪਲਾਂ ਝਾੜਨ ਦਾ ਸ਼ੌਕੀਨ ਹੋ ਜਾਵੇ, ਉਹ ਤੇ ਕੋਈ ਲਾਭ ਨਹੀਂ ਸਕਦਾ। ਦੂਜੀ ਇਤਿਹਾਸਕ ਮਿਸਾਲ ਹੈ, ਜੇ ਜਹਾਂਗੀਰ ਦੇ ਟਾਈਮ ਵਿੱਚ ਗਿਆਨੀ ਜ਼ੈਲ ਸਿੰਘ ਨਾਲੋਂ 10 ਗੁਣਾ ਤਾਕਤ ਰੱਖਣ ਵਾਲਾ ਦੀਵਾਨ ਚੰਦ ਚੰਦੂ, ਉਹਦੇ ਟਾਈਮ ਵਿੱਚ ਕਿੰਨੇ ਕਿੰਨੇ ਹਜ਼ਾਰ ਗਈਆਂ ਹਿੰਦੂਆਂ ਦੀਆਂ ਛੁਡਾ ਕੇ ਪੱਗ ਵਾਲੇ ਲਿਆਏ ਨਾ। ਫਿਰ ਹਿੰਦੂ ਕਿਉਂ ਪਿੱਟੀ ਜਾਂਦੇ ਆ ਕਿ ਮੁਸਲਮਾਨਾਂ ਨੇ ਸਾਡੀ ਇੱਜ਼ਤ ਲੁੱਟ ਲਈ? ਗਿਆਨੀ ਜ਼ੈਲ ਸਿੰਘ ਵਾਲੇ ਥਾਂ ਤੇ ਅਸੀਂ ਉਹ ਹੁਣ ਛੁਡਾ ਲੈਣੀਆਂ ਚਾਹੀਦੀਆਂ, ਫਿਰ ਕਿਉਂ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਆ? ਜੇ ਇੱਕ ਬੰਦੇ ਨੂੰ ਦੁਨੀਆ ਵਿੱਚੋਂ ਖਰੀਦ ਕੇ ਪਦਵੀ ਦੇ ਕੇ ਬਾਕੀ ਦਿੰਦੇ ਇੱਜ਼ਤ ਲੁੱਟੀ ਜਾਣੀ ਬਹਾਨਾ ਬਣਾ ਕੇ, ਉਹਦੇ ਨਾਲ ਕੌਮ ਤਾਂ ਸੰਤੁਸ਼ਟ ਨਹੀਂ ਹੋ ਸਕਦੀ। ਇਹ ਮਿਸਾਲ ਇੱਕੋ ਦਿੱਤੀ ਹੈ, ਵੈਸੇ ਤਾਂ ਹੋਰ ਬਥੇਰੀਆਂ ਹੋਣਗੀਆਂ। ਸਿੱਖ ਇੱਕ ਵੱਖਰੀ ਕੌਮ ਹੈ, ਚਰਚਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਲਿਖ ਕੇ ਵਾਚ ਕੇ ਲਿਖ ਲੈ ਤੇ ਸੰਬੰਧ ਸਿੱਖ ਪਹਿਲਾਂ ਕਿਹੜੇ ਪੱਖ ਤੋਂ ਦੱਸਾਂ? ਰਾਜਨੀਤੀ ਤੋਂ ਦੱਸਣਾ, ਧਰਮ ਤੋਂ ਫਿਰ ਦੱਸ ਦੂੰਗਾ, ਪਰ ਪਹਿਲਾਂ ਮੈਨੂੰ ਧਰਮ ਤੋਂ ਦੱਸਣੀ ਚਾਹੀਦੀ ਕਿਉਂਕਿ ਮੈਂ ਧਰਮੀ ਹਾਂ। ਧਾਰਮਿਕ ਪੱਖ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸਿੱਖ ਵੱਖਰੀ ਕੌਮ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ। ਹੋ ਗਿਆ 10ਵੇਂ ਪਾਤਸ਼ਾਹ ਤੋਂ ਲਿਖ ਲਓ, ਜਬਲਾ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਰਬਲੋ ਗ੍ਰੰਥ ਸਿੰਘੋ ਇਤਨੇ ਹਾਂਜੀ। ਇਸ ਵਾਸਤੇ ਵੀ ਸਿੱਖ ਵੱਖਰੀ ਕੌਮ ਹੈ। ਬਾਕੀ ਸਿੱਖ ਮੁੱਢ ਹੈ, ਬਾਕੀ ਟਹਿਣੇ ਟਹਿਣੀਆਂ ਪੱਤਰ ਆਦਿਕ। 33 ਕਰੋੜ ਦੇਵਤਾ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 64 ਜੋਗਨੀਆਂ, 52 ਬੀਰ, 84 ਸਿੱਧ, 6 ਜਤੀ, 9 ਨਾਥ, 10 ਗੁਰੂ, ਇੱਕ ਵੀ ਬਿਨਾਂ ਕੇਸਾਂ ਤੋਂ ਨਹੀਂ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਦੌੜਾ। ਕੇਸ ਦੌੜਾ ਪੱਗ ਹੋਵੇ ਸਰਦਾਰ ਕਹਿਣਗੇ, ਟੋਪੀ ਧੋਤੀ ਜਨੇਊ ਤੇ ਤਿਲਕ ਹੋਵੇ ਹਿੰਦੂ ਕਹਿਣਗੇ, ਸੁੰਨਤ ਕੀਤੀ ਹੋਵੇ ਬਾਂਗਾਂ ਦੇ ਨਾਲ ਤੇ ਮੁਸਲਮਾਨ ਕਹਿਣਗੇ। ਦੁਨੀਆ ਵਿੱਚ ਬਿਨਾਂ ਸਿੱਖ ਤੋਂ ਮੈਨੂੰ ਜਨਮ ਲੈਂਦਾ ਵਿਖਾ ਦਿਓ ਕੋਈ। ਜਨਮ ਸਿੱਖ ਲੈਂਦਾ, ਮੁੜ ਕੇ ਮੁੰਨ ਕੇ ਬਣਾਈਦੇ ਆ। ਕੈਂਚੀ ਨਾਲ ਕੇਸ ਨਾ ਕੱਟੋ, ਬੋਦੀ ਨਾ ਬਣਾਓ ਤੇ ਸਿੱਖ।
कैंची ना सुनत ना करो, लवा ना कटो ते तां भी सिख। ਜਿਹੜੀ ਨਿਰਵੈਰ ਸ਼ਕਤੀ ਜਿਹਨੂੰ ਅੱਲਾ, ਖੁਦਾ, ਅਕਾਲ, ਵਾਹਿਗੁਰੂ, ਮਿਹਰਬਾਨ, ਕਰੀਮ, ਰਹੀਮ ਇਹ ਅੱਖਰ ਵਰਤੀ ਦੇ, ਰਾਮ ਕ੍ਰਿਸ਼ਨ ਵਰਤੀ ਦਾ, ਉਹ ਨਿਰਵੈਰ ਸ਼ਕਤੀ ਇੱਕ ਹੈ ਨਾ। ਇੱਕ ਨਿਰਵੈਰ ਸ਼ਕਤੀ ਨੇ ਕੁੱਲ ਨੂੰ ਸਿੱਖੀ ਸਰੂਪ ਵਿੱਚ ਪ੍ਰਗਟ ਕੀਤਾ। ਤੇ ਸਿੱਖ ਵੱਖਰੀ ਕੌਮ ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਹ ਹੁਣ ਤਾਂ ਕੰਨ ਜਿਹਾ ਥੋੜਾ ਜਿਹਾ ਹਿਲਾਉਣਾ, ਗੱਲ ਕਿਤੇ ਬੈਠ ਕੇ ਸਭਾ 'ਚ ਕੀਤੀ ਹੋਈ ਨਾ ਤੇ ਫਿਰ ਪਤਾ ਲੱਗਣਾ ਦੀ ਕੀਮਤ ਕੀ ਹੈ। ਵੱਡੇ ਤੋਂ ਵੱਡੇ ਫਿਲਾਸਫਰ ਕੋਲ ਕਹਿ ਰਹੇ ਜਿਹੜਾ ਮੁੰਡਾ ਪਿਓ ਨਾਲ ਨਹੀਂ ਰਲਦਾ, ਕੀ ਕਹੀਦਾ? ਕੋਈ ਨਾ ਕੋਈ ਕਿਸੇ ਦੇਵਤੇ ਗੁਰੂ ਪੀਰ ਦਾ ਤਾਂ ਹੈ ਨਾ, ਚਾਹੇ ਕਿਸੇ ਸੁਭਾਅ ਦਾ ਹੈ। ਕੋਈ ਐਸਾ ਦੇਵਤਾ ਪੀਰ ਨਹੀਂਗਾ ਜਿਹਦੇ ਕੇਸ ਕੱਟੇ ਦੀ ਦਾੜੀ ਮੁੰਨੀ ਹੈ। ਜਿਹੜਾ ਉਹਦੇ ਪਿਓ ਨੂੰ ਨਹੀਂ ਮੰਨਦਾ ਤੇ ਦੂਜੇ ਨਾਲ ਕਿਸ ਵਾਰ ਨੂੰ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। ਇਹ ਲਿਖਣ ਵਾਲੀਆਂ ਗੱਲਾਂ ਹੁਣ ਤੇਰੇ ਯਾਦ ਨਹੀਂ ਰਹਿਣੀਆਂ ਮੁੜ ਕੇ। ਇਸ਼ਟ ਕਰਕੇ ਗੀਤਾ ਦੇ 18 ਅਧਿਆਇ, ਕੁਰਾਨ ਦੇ 30 ਸਿਪਾਰੇ ਹੈ। 30 ਸਿਪਾਰਿਆਂ ਵਿੱਚ ਹਿੰਦੂ ਨੂੰ ਥਾਂ ਨਹੀਂ ਤੇ 18 ਅਧਿਆਇਆਂ ਵਿੱਚ ਮੁਸਲਮਾਨ ਨੂੰ ਕੋਈ ਥਾਂ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨ ਫਰੀਦ ਜੀ ਬੈਠੇ ਹੈ, ਜਲਾਹਾ ਕਬੀਰ ਜੀ ਬੈਠੇ ਆ, ਨਾਮਦੇਵ ਸ਼ੀਂਬਾ ਬੈਠੇ ਆ, ਜੈਦੇਵ ਬ੍ਰਾਹਮਣ ਬੈਠੇ ਆ, ਸੈਣ ਨਾਈ ਬੈਠੇ ਆ, ਧੰਨਾ ਜੱਟ ਬੈਠਾ, ਪੀਪਾ ਰਾਜਾ ਬੈਠਾ ਤੇ ਵੇਸ ਵਾਲਾ ਪੇਸ਼ਾ ਤੱਕ ਪਿਆ ਕੇ ਗਨਕਾ ਵੀ ਬੈਠੇ ਆ, ਕਸਾਈ ਪੁਣੇ ਦਾ ਤਿਆਗ ਕਰਕੇ ਸਦਨਾ ਵੀ ਵਿੱਚ ਬੈਠਾ ਹੈ। ਹਾਂਜੀ, ਹਰੀਜਨ ਵਿੱਚ ਵਾਲਮੀਕੀ ਵਿੱਚ ਬੈਠਾ। ਇੱਥੇ ਕਿਹੜਾ ਜੀ ਨੂੰ ਥਾਂ ਨਹੀਂ ਦਿੱਤਾ। ਇਸੇ ਵਾਸਤੇ ਕਿਹਾ ਕਬੀਰ ਜੀ ਦਰ ਆਪ ਜਾਤਿਓ ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ਼ਟ ਕਰਕੇ ਵੀ ਬਾਕੀ ਜਿਤਨੀ ਰਚਨਾ ਰਚੀ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਰਮਾਇਣ ਰਾਮਚੰਦਰ ਦੇ 10,000 ਅਵਤਾਰ, 10,000 ਵਰਾ ਅਵਤਾਰ ਧੰਨ ਤੋਂ ਪਹਿਲਾਂ ਰਚੀ ਤੇ ਕੁਰਾਨ ਮੁਹੰਮਦ ਦੇ ਪ੍ਰਲੋਕ ਗਮਨ ਤੋਂ 400 ਸਾਲ ਪਿੱਛੋਂ ਲਿਖੀ। ਇੱਕ ਚਿੱਠੀ ਤੁਸੀਂ ਲਿਖਾਉਂਦੇ ਆ ਤੇ ਸੰਤੋਖ ਤੋਂ ਲਿਖਦਾ ਤੇ ਇੱਕ ਤੁਸੀਂ ਬੋਲ ਕੇ ਚਲੇ ਜਾਂਦੇ ਤੇ ਮੈਂ ਪਿੱਛੋਂ ਲਿਖਦਾ ਤੇ ਇੱਕ ਤੁਸੀਂ ਦਿੱਲੀੋਂ ਆਏ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਾਂ ਤੇ ਲਿਖੀ ਗਈ ਹੈ। ਸਹੀ ਚਿੱਠੀ ਕਿਹੜੀ ਹੋਊਗੀ? ਜਿਹੜੀ ਤੁਸੀਂ ਹੁਣ ਲਿਖਵਾਈ ਉਹ ਕਿ ਜਿਹੜੀ ਪਿੱਛੋਂ ਤੇ ਜਾਂ ਪਹਿਲਾਂ ਸੀ? ਉਹ ਬੋਲਦਾ ਨਹੀਂ, ਤੇਰਾ ਨਾਂ ਨਹੀਂ, ਮੈਂ ਬੁਲਾ ਕੇ ਦੱਸਣਾ। ਮੈਂ ਤੁਹਾਡਾ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਦੁਨੀਆ ਵਿੱਚ ਜਿਹੜੀ ਗੁਰੂ ਨੇ ਆਪ ਕੰਠੋਂ ਉਚਾਰੀ, ਆਪ ਲਿਖਵਾਈ ਤੇ ਫਿਰ ਆਪ ਸੁਣੀ ਕੋਲ ਬੈਠ ਕੇ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆ ਦਾ ਚੱਕਰ ਕੱਟ ਲਓ, ਮਸੀਤ, ਗਿਰਜਾ, ਮੰਦਰ, ਕਿਸੇ ਥਾਂ ਤੇ ਤੁਹਾਨੂੰ ਲੰਗਰ ਨਹੀਂ ਮਿਲੇਗਾ। ਲੰਗਰ ਮਿਲੇਗਾ ਤੇ ਇੱਕ ਗੁਰੂ ਦੇ ਦਰ ਤੋਂ ਮਿਲੇਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹਾਂਜੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਟੋਪੀ ਨਹੀਂ ਰੱਖ ਸਕਦੀ, ਚੋਟੀ ਨਹੀਂ ਰੱਖ ਸਕਦੀ। ਮੁਸਲਮਾਨ ਦੇ ਘਰ ਵਾਲੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ ਗੀ। ਮਸੀਤ ਵਿੱਚ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਪੜ੍ਹ ਸਕਦੀ ਹੈ ਤੇ ਸਾਨੂੰ 'ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ 2 ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹਿ ਤੇ ਸਾਡੇ ਮੱਥੇ ਨਾ ਲੱਗੀ, ਥੱਲੇ ਰਹੋ। ਮੁੰਡਾ ਐਮ ਧਿਆਨ ਵਿੱਚ ਪਾਸ ਕਿਹੜਾ ਹੋਵੇਗਾ? ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਉਹ ਕਿ ਜਿਹਨੂੰ ਤੁਸੀਂ ਮੱਥੇ ਨਹੀਂ ਲਾਇਆ ਉਹ? ਕੋਈ ਇੱਧਰ ਵੀ ਦੱਸ ਕਿਹੜਾ ਪਾਸ? ਜਿਹੜਾ ਕੋਲ ਬੈਠ ਕੇ ਪੜ੍ਹਦਾ ਉਹੀ ਨਾ। ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਸਾਡੇ ਮੱਥੇ ਨਹੀਂ ਲੱਗ ਸਕਦੀ, ਮੇਰੀ ਪੂਜਾ ਨਹੀਂ ਕਰ ਸਕਦੀ, ਉਹਨੂੰ ਬੇਹਸਤ ਨੂੰ ਕੌਣ ਭੇਜੂ? ਮਰਦ ਤਾਂ ਪੁੱਜ ਗਿਆ। ਇਹ ਇੱਕ ਗੁਰੂ ਕਾ ਦਾਰਾ ਜਿਹਦੇ ਚ ਲਿਖਿਆ ਨਰ ਮਨੁੱਖਾਂ ਨੂੰ ਏਕ ਨਿਧਾਨਾ, ਗੁਰਬਾਣੀ ਦੀ ਪੰਕਤੀ ਹੈ। ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਾਂਝਾ ਖਜ਼ਾਨਾ ਦਿੱਤਾ। ਜੇ ਅੰਮ੍ਰਿਤ ਪੀਣਾ ਤੇ ਜਿੱਥੇ ਅੰਮ੍ਰਿਤ ਪਿਆਉਣ ਲੱਗਾ ਮੈਨੂੰ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਘਰ ਵਾਲੀ ਨੂੰ ਇਹੀ ਕਹਿਣਾ। ਉੱਥੇ ਇਹ ਨਹੀਂ ਕਹਿਣਾ ਬੋਲ ਵਾਹਿਗੁਰੂ ਜੀ ਕੀ ਖਾਲਸੀ ਵਾਹਿਗੁਰੂ ਜੀ ਕੀ ਫਤਿਹ, ਇਹ ਹੈ ਨਹੀਂ, ਉੱਥੇ ਫਤਿਹ ਹੀ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਹ ਤਾਂ ਹੈ ਧਾਰਮਿਕ ਪੱਖ ਤੋਂ ਸੂਖਮ ਜਿਹਾ ਤੁਹਾਨੂੰ ਦੱਸਿਆ। ਰਾਜਨੀਤੀ ਪੱਖ ਤੋਂ 1947 10 ਅਕਤੂਬਰ ਨੂੰ ਪਟੇਲ ਦੀ ਸਪੀਚ ਹੈ। ਉਹਨੇ ਕਿਹਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਰਾਇਮ ਪੇਸ਼ਾ ਭਾਵੇਂ ਬਹੁਤ ਨੀਵਾਂ ਅੱਖਰ ਹੈ, ਪਰ ਜੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਅੱਗੇ ਲਿਖਿਆ ਮੰਨੇ ਤਾਂ ਹੈ ਨਾ, ਚਲੋ ਜਰਾਇਮ ਪੇਸ਼ੇ ਮੰਨੇ ਹੈ। ਤੇ ਜੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਮੰਨੋ ਵੱਖਰੀ ਕੌਮ ਹੈ। ਜੇ ਸਿੱਖ ਹਿੰਦੂਆਂ ਦਾ ਕੰਗ ਹੈ ਤੇ ਵੱਖਰੇ ਨਹੀਂ ਤੇ ਲਿਖੋ ਹਿੰਦੂ ਜਰਾਇਮ ਪੇਸ਼ਾ ਕੌਮ ਹੈ। ਜਾਂ ਤਾਂ ਹਿੰਦੂ ਜਰਾਇਮ ਪੇਸ਼ਾ ਕੌਮ ਲਿਖੋ ਜੇ ਹਿੰਦੂਆਂ ਦਾ ਕੰਗ ਸਿੱਖ, ਤੇ ਜੇ ਅੰਗ ਨਹੀਂ ਤੇ ਵੱਖਰੇ ਆ। ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਲਿਖੋ ਵੱਖਰੇ ਹੈ। ਹਰ ਅਖਬਾਰ ਇਸ਼ਤਿਹਾਰ ਵਿੱਚ ਆਉਂਦਾ ਸਿੱਖ ਅੱਤਵਾਦੀ, ਕਦੇ ਲਿਖਿਆ ਪੜ੍ਹਿਆ ਹਿੰਦੂ ਅੱਤਵਾਦੀ? ਸਾਰੀ ਦੁਨੀਆ ਦੇ ਅਖਬਾਰ 'ਚ ਵਿਖਾਓ। ਤੇ ਜੇ ਹਿੰਦੂ ਸਿੱਖ ਅੱਤਵਾਦੀ ਹੈ
ਜੇ ਸਿੱਖ ਅੱਤਵਾਦੀ ਹੈ ਤੇ ਲਿਖੋ ਸਿੱਖ ਵੱਖਰੀ ਕੌਮ ਹੈ, ਤੇ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ ਤੇ ਲਿਖੋ ਹਿੰਦੂ ਅੱਤਵਾਦੀ ਹੈ। ਹਾਂਜੀ, ਟੈਨ ਦੁਲਕਰ ਇਹ ਲਿਖਣ ਵਾਲਾ, ਟੈਨ ਦੁਲਕਰ 20 ਭਾਗਾਂ ਵਿੱਚ ਅੰਗਰੇਜ਼ੀ ਦੀ ਕਿਤਾਬ ਛਾਪੀ ਹੈ। ਉਹਦੇ 7ਵੇਂ ਭਾਗ ਵਿੱਚ 374 ਅੰਗ ਤੇ ਮਹਾਤਮਾ ਗਾਂਧੀ ਦਾ ਬਿਆਨ ਪੜ੍ਹ ਲਿਓ, ਜਿਹਨੇ ਲਿਖਿਆ कि हम हिंदुस्तान में 3 कौमों को मान्यता देते हूँ, हिंदू, मुस्लिम और सिख। ये उन्हें लिखिया। ते ट्रगल शायद ਉਹਦਾ ਨਾਂ किताब ਦਾ इंडियन ट्रगल वजदी, ਉਹ ट्रगल खन की नाम विसर गया, ट्रगल। ਉਹਦੇ 309 अंग ਤੇ ਸੁਭਾਸ਼ ਚੰਦਰ ਬੋਸ ਦੀ ਲਿਖੀ ਹੈ। ਉਹਦੇ 'ਚ ਲਿਖਿਆ ਗਿਆ ਹੈ महात्मा गांधी बारे भी ते होरना लीडरां बारे भी कि सिख एक कौम है हिंदुस्तान विच, है जी। इस वास्ते सिख वक्री कौम है। अंग्रेज़ां दे टाइम विच सिख सिख नूं वोट पाउंदा सी, हिंदू हिंदू नूं पाउंदा सी, मुसलमान मुसलमान नूं पाउंदा सी। इस वास्ते सिख वक्री कौम है। तिरंगा झंडा 3 कौमां दी थ्योरी ते बनिया है। ते जदों झंडा मार्च होना सी जिस वेले ते अगे मशीन गनां बीड़ियां गईयां सी, तो उस वेले पटेल, मोतीलाल ते महात्मा गांधी इन्हों ने कहा भी हुण अगे मशीन गन्नां बेड़ियां ते झंडा मार्च करना, अगे किहनूं लाइए? कहंदे जी सिख सारे तो बहादुर है। बाबा खड़क सिंह जी नाल सी, वो अपने वालों सी ना उस वेले प्रधान जथेदार। तो उन्होंने कहा जी तुसीं अगे लगो। वो कहंदे बैठो आपां एक वार साफ कर लईए भी आ जिहड़ा झंडा ये झंडे दे थल्ले रहण वास्ते आपां हिंदुस्तानियों ने परण कीता। उपर जिहदा रंग वो अगे लग जाओ, जिहदा विचाले रंग विचाले लग जाओ, थल्ले रंग पिछे लग जाओ। चिट्टा रंग उपर सी, चिट्टे नूं बहुत पसंद करते ना, वो अगे लगो। हैदरी रंग विचाले सी मुसलमान, वो विचाले लगो। ते खट्टा रंग थल्ले सी। उस वेले महात्मा गांधी ने ते मोतीलाल ने कहा इहदा की झंडा तो कानून कर दिंदे आ ते रंग बदल। ये हੱਸਣ वाली गल नहीं, अणख दी गल है ਸਿੰਘੋ, हੱਸਣ वाली कली गल नहीं है, बड़ी अणख दी है। ਤੇ झंडे का रंग जिहड़ा केसरी सी उपर कीता ते बाबा खड़क सिंह ने धौण ते गोडा रखा उपर रंग पुरा के, ते सिख वक्री कौम किवें नहीं? वो फिर मोतीलाल से लग जाते अगे। इस वास्ते भी सिख सरदार बहादुर जी वक्री कौम है जी। बाकी दुनिया की हिस्टरी पढ़ लो, दुनिया दे विच ऐसा मनुख तुहानूं कोई नहीं मिलेगा जिहड़ा 80 साल की उम्र च सिर वड्डे तो सीस तली ते रख के तुरिया होवे ते केवल सिख तुरिया। इस वास्ते वक्री कौम है जी। ते 7 साल की उम्र में कंध च खड़ो के किसी कौम के किसी बच्चे ने अज तक किसी बहादुर ने नहीं किया कि मेरा सिर जान दो तो जान दो, मेरा धर्म नहीं जाना चाहिए, सिर जाए तो जाए, मेरा सिक्खी धर्म न जाए। है जी, ये कह सकता, सिख कह सकता। खोपरी लवा के 22 दिन बैठ के जालम नूं जुत्ती दे अगे ला के तोड़ सकता, सिख ला सकता। दुनिया के किसी कौम के किसी मनुख ने लाया तो दसो। इस वास्ते सिख वक्री कौम है। और पता लगे कुछ निश्चयवाचक सिख वक्री कौम है। इस क्योंकि पहली तो गल है सिख तो बिना जमदा ही कोई नहीं। ये सारे गुली शली राम होनी तो मुहम्मद अली होनी सारे किसी का रख लेन, साडा तो रौला ही कोई नहीं गा। हमला होया सी दसूंगा जो हुण पुछनी तो चिन्ह कि दसूंगा भी गौरमेंट जिहड़ी है ये जथे नूं जलील करके थल्ले लाउणा चाहुंदी है कि जिथे जीवकार कोई इन्हां दी जांदी है उन्हां नूं फड़ के मारिया जावे, शहीद किया जाए, जख्मी किया जाए, दहशत बिठाई जाए। वो जिन्ना इन्हां ने करना करन। किन्ने कुछ सिंह शहीद होए ने? लगभग की किसे बहुत सारे सिखां नूं झूठे पुलिस मुकाबले दस के बहुत सारे सिख नौजवानों नूं शहीद किया गया। की किसी निरपक्ष कमिशन अगे ये झूठे पुलिस मुकाबले साबित कर सकते हो? हाँ, बिठाओ कमिशन करांगे। निरपक्ष हो चाहे पक्ष वाला तो उन्होंने पता होगा, असं तो सबूत देने हैं।
ਨਿਰਪੱਖ ਕਿਹੜਾ ਮੱਥੇ ਤੇ ਲਿਖਿਆ ਜੋ ਥਰਮੋਮੀਟਰ ਲਾ ਲੈਣਾ, ਇਹ ਤਾਂ ਜ਼ਮੀਰ ਨਾਲ ਹੀ ਨਿਰਪੱਖਤਾ ਹੈ। ਸੱਚ ਕਹਿਣ ਦੀ ਜ਼ਰੂਰਤ ਹੋਊਗੀ, ਨਿਰਪੱਖ ਹੋਊਗਾ। ਤੇ ਜੇ ਕਸ਼ਾਮ ਦੀ ਗੰਗਾ ਦੇ ਕੇ ਗੰਗਾ ਰਾਮ ਤੇ ਜਮਨ ਦੇ ਕੇ ਜਮਨ ਰਾਮ, ਤੇ ਫਿਰ ਉੱਥੇ ਨਿਰਪੱਖਤਾ ਕਾਹਦੀ। ਪੰਜਾਬ ਵਿੱਚ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੇ ਹੋ ਰਹੇ ਕਤਲਾਂ ਬਾਰੇ ਤੁਹਾਡਾ ਕੀ ਪ੍ਰਭਾਵ ਹੈ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਗਰੁੱਪ ਦੀ ਕਾਰਵਾਈ ਹੈ ਜਾਂ ਕੁਝ ਸਮਾਜ ਵਿਰੋਧੀ? ਕੀ ਇਹ ਜਥੇਬੰਦਕ ਤੇ ਵਿਚਾਰਧਾਰਕ ਕਿਸੇ ਗਰੁੱਪ ਦੀ ਕਾਰਵਾਈ ਹੈ? ਨਹੀਂ, ਵਿਚਾਰਧਾਰਕ ਦਾ ਮਤਲਬ ਇਹ ਹੁੰਦਾ ਵੀ ਮਤਭੇਦ ਦਾ ਵਿਰੋਧ, ਵਿਚਾਰਕ ਵਿਰੋਧ ਕਰਕੇ, ਜਾਂ ਇਹਦੇ ਵਿੱਚ ਕੁਝ ਸਮਾਜ ਵਿਰੋਧੀ ਅੰਸਰਾਂ ਤੇ ਨਿੱਜੀ ਦੁਸ਼ਮਣੀਆਂ ਵੀ ਸ਼ਾਮਲ ਨੇ? ਨਿੱਜੀ ਦੁਸ਼ਮਣੀ ਕੋਈ ਸ਼ਾਮਲ ਨਹੀਂ। ਇਹ ਸਰਕਾਰ ਦੀ ਕੂਟਨੀਤੀ, ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਮੋਰਚੇ ਨੂੰ ਫੇਲ ਕਰਨ ਵਾਸਤੇ, ਤੇ ਸਰਕਾਰ ਦੇ ਸਾਜ਼ਿਸ਼ ਦੀ ਇੱਕ ਕੜੀ ਹੈ ਇਹ। ਜਦੋਂ ਮੋਰਚਾ ਖਤਮ ਹੋ ਗਿਆ ਤਾਂ ਕੀ ਤੁਸੀਂ ਮੁੜ ਪੁਰਾਣੀ ਪਰੰਪਰਾ ਅਨੁਸਾਰ ਹੀ ਆਪਣੀ ਪ੍ਰਚਾਰ ਮੁਹਿੰਮ ਤੇ ਗੁਰਮਤ ਦੀ ਪੜ੍ਹਾਈ ਵਿੱਚ ਲੱਗ ਜਾਓਗੇ, ਜਾਂ ਸਿੱਖ ਕੌਮ ਦੀ ਮੁਖੀ ਦੇ ਰੂਪ ਵਿੱਚ ਸੇਵਾ ਨਿਭਾਉਂਦੇ ਰਹੋਗੇ? ਇਹ ਪ੍ਰਸ਼ਨ ਤਾਂ ਬਣਦਾ ਜੇ ਪਹਿਲਾਂ ਅਸੀਂ ਬੰਦ ਕਰਕੇ ਬੈਠੇ ਹੋਈਏ। ਸਾਡਾ ਤਾਂ ਹੁਣ ਵੀ ਚੱਲੀ ਜਾਂਦਾ, ਇਹ ਪ੍ਰਸ਼ਨ ਹੀ ਗਲਤ ਹੈ। ਬਹੁਤੇ ਲੋਕ ਇਹ ਅਨੁਭਵ ਕਰਦੇ ਨੇ। ਲੋਕਾਂ ਨੇ ਅਨੁਭਵ ਕਰਨਾ ਹੋਰ ਚੀਜ਼ ਹੈ। ਜਿਹੜਾ ਮੈਥੋਂ ਪੁੱਛਣਾ, ਮੇਰੀ ਰਾਏ ਹੈ ਵੀ ਸਾਡਾ ਕੰਮ ਹੁਣ ਵੀ ਚੱਲਦਾ, ਅਮਰ ਸੰਚਾਰ ਹੁੰਦਾ ਹੈ। ਸੰਗਰਾਂਦ ਤੇ ਮੈਂ ਜਾ ਕੇ ਗਿਣਤੀ ਕਰ ਲਈ ਕਿੰਨਿਆਂ ਨੇ ਛੱਕਿਆ, ਕਿੰਨੇ ਸੈਂਕੜਿਆਂ ਨੇ। ਬਾਕੀ ਸਾਡਾ ਕੰਮ ਜਦੋਂ ਤੱਕ ਸਵਾਸ ਹੈ ਨਾ, ਇਹ ਪ੍ਰਚਾਰ ਕਰਨਾ, ਕੁਰਸੇ ਸਾਹਮਣੇ ਨਹੀਂ। ਇਹ ਸਾਹਬ ਲੈਣ ਤੇ ਜਿਹੜੇ ਆਏ, ਮੈਨੂੰ ਪਤਾ ਹੋਣਾ, ਮੈਨੂੰ ਪੁੱਛ ਨਹੀਂ ਕਿਉਂ ਵੀ ਦੱਸੋ। ਅੱਜ ਕੁਰਸੀਆਂ ਤੇ ਬਿਠਾਏ ਸੀ ਆਉਂਦੇ ਸਵੇਰੇ, ਜਾਂ ਕੋਈ ਕੁਰਸੀ ਕਰਸੀ ਲਾਈ ਹੋਏ ਦਿਨ ਪੁੱਛ। ਜੇ ਸ਼੍ਰੋਮਣੀ ਕਮੇਟੀ ਆਪਣਾ ਧਰਮ ਪ੍ਰਚਾਰ ਦਾ ਕਾਰਜ ਤੁਹਾਡੇ ਜਥੇ ਦੇ ਸਪੁਰਦ ਕਰ ਦੇਵੇ ਤਾਂ ਤੁਸੀਂ ਇਹ ਸਾਰਾ ਕਾਰਜ ਸੰਭਾਲਣ ਨੂੰ ਤਿਆਰ ਹੋ? ਮੇਰਾ ਕੰਮ ਤਾਂ ਪ੍ਰਚਾਰ ਕਰਨਾ, ਕਥਾ ਕੀਰਤਨ ਦਾ ਮੇਰਾ ਕੰਮ, ਹੋਰ ਕੋਈ ਨਹੀਂ। ਬਾਕੀ ਜੋ ਸੰਭਾਲਣਗੇ, ਜਿਹੋ ਜਿਹਾ ਸਮਾਂ ਹੋਗਾ ਉਹ ਉੱਤਰ ਦੇਵਾਂਗੇ। ਪਹਿਲਾਂ ਕਿਤੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਨ ਦਾ ਬੜਾ ਚਰਚਾ ਚੱਲਿਆ। ਜੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਜਾਏ ਜਾਂ ਤੁਹਾਨੂੰ ਪੇਸ਼ਕਸ਼ ਕੀਤੀ ਜਾਏ ਤਾਂ ਕੀ ਤੁਸੀਂ ਉਹ ਸੇਵਾ ਨਿਭਾਉਣ ਨੂੰ ਤਿਆਰ ਹੋ? ਮੈਂ ਉਹ ਸੇਵਾ ਦੇ ਲਾਇਕ ਨਹੀਂ। ਨਿਭਾਉਣੀ ਜਿਹੜੀ ਉਹ ਗੁਰੂ ਦੇ ਵੱਸ, ਸੇਵਾ ਨਿਭਾਉਣੀ ਗੁਰੂ ਦੇ ਵੱਸ। ਮੈਂ ਆਪਣੇ ਆਪ ਨੂੰ ਸੇਵਾ ਦੇ ਲਾਇਕ ਨਹੀਂ ਸਮਝਦਾ ਜੀ। ਚੁਣਨਾ ਸੰਗਤ ਦੇ ਵਾਸਤੇ। ਪਰ ਇੱਕ ਮੈਂ ਵੀ ਪੁੱਛਣਾ ਇੱਥੇ, ਬੋਲਦਾ ਨਹੀਂ ਹੁਣ। ਕੋਈ ਨੂੰ ਸਾਲ ਪੁੱਛਿਆ ਕਿ ਨਿੱਕਾ ਜਿਹਾ ਮੈਨੂੰ ਪੁੱਛਣਾ ਨਹੀਂ, ਇਹਦੇ ਵਿੱਚ ਨਾਲ ਰਲਦਾ ਨਹੀਂ, ਘਰ ਦੀ ਗੱਲ ਹੀ ਹੈ। ਕਿ ਜਿਹੜੀ ਪਹਿਲੀ ਚੋਣ ਜਥੇ ਦੀ ਹੋਈ ਹੈ ਉਹ ਸੰਵਿਧਾਨ ਮੁਤਾਬਕ ਹੋਈ ਹੈ। ਤੈਨੂੰ ਹੁਣ ਪੱਤਰਕਾਰ ਨੇ ਨਾ ਬਣਾ ਕੇ ਪੁੱਛਿਆ, ਹੁਣ ਮੈਂ ਪੱਤਰਕਾਰ ਹਾਂ ਇਸ ਪ੍ਰਸ਼ਨ ਵਿੱਚ। ਪ੍ਰਸ਼ਨ ਵਿੱਚ ਮੈਂ ਪੱਤਰਕਾਰ। ਹੁਣ ਸੰਵਿਧਾਨ ਇਹ ਹੈ, ਜਦੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਹਿ ਗੁਰਮੁਖ ਇੱਥੇ ਬਹਿ ਜਾਣ ਦਾ ਬਜ਼ੁਰਗ ਥੋੜਾ ਪਿੱਛੇ, ਜਦੋਂ ਜਥੇਦਾਰ ਦੀ ਚੋਣ ਕਰਨੀ ਹੋਵੇ, ਜੋ ਮੈਂ ਸੁਣਿਆ, ਪੜ੍ਹਿਆ ਨਹੀਂ ਸੁਣਿਆ, ਜਥੇਦਾਰ ਦੀ ਚੋਣ ਦਾ ਸਾਧਨ ਇਹ ਹੈ, 5 ਤਖ਼ਤਾਂ ਦੇ ਜਥੇਦਾਰ, ਭਾਵ ਜਿਹੜਾ ਚੋਣਾਂ ਉਹਨਾਂ ਨੂੰ ਛੱਡ ਕੇ 4 ਰਹਿ ਜਾਂਦੇ, ਬਾਕੀ 14 ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ, ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਸਿੱਖ ਸਭਾਵਾਂ, ਇਹਨਾਂ ਨੂੰ ਚਿੱਠੀ ਪਾ ਕੇ ਸੂਚਿਤ ਕੀਤਾ ਜਾਂਦਾ ਤੇ ਸੰਗਤ ਦੀ ਇਕੱਤਰਤਾ ਕਰਕੇ ਰਾਏ ਲਈ ਜਾਂਦੀ ਹੈ। ਉਹ ਰਾਏ ਲੈ ਕੇ ਤੇ ਫਿਰ ਉਹ ਵਰਕਿੰਗ ਕਮੇਟੀ ਵਿੱਚ ਮਤਾ ਆਉਂਦਾ, ਫਿਰ ਐਜੈਕਟ ਉਹਦੇ ਵਿੱਚ ਆਉਂਦਾ, ਉੱਥੋਂ ਪਾਸ ਕਰਕੇ ਤੇ ਫਿਰ ਉਹ ਜਕਾਰਾ ਛੱਡਿਆ ਜਾਂਦਾ। ਹਾਂਜੀ, ਇਹ ਪਿਛਲੇ 30 ਸਾਲਾਂ ਤੋਂ ਤੇ ਨੇ
ਉਹ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ मैंने एक मिनट की मैंने पता मैं तो इन्होंने कहा मैंने थोड़ी जानकारी है साढ़े को बहुत पुराने बैठे आ इदों भी पुराने है बाबा खड़क सिंह वेले का एक बजुर्ग है उन्हें एक प्रश्न भी किया किसी को जवाब नहीं गा सारे लत्तां जिहां डाई जांदे जवाब किसी को नहीं हुण ये जिहड़ी चोण होई है एग्जीक्यूटिव दे 15 मैंबर है 6 हाजिर सी 9 गैर हाजिर ਤੇ ਹੁਣ ਤੂੰ ਜਹੇਦਾਰ ਨੂੰ ਜਾ ਕੇ ਪੁੱਛੀ ਤੇ ਸੰਤਾਂ ਨੇ ਵੀ ਕੀ ਇਸ ਸੰਵਿਧਾਨ ਮੁਤਾਬਕ ਕੋਈ ਹੈ ਜਾਂ ਗੈਰ ਸੰਵਿਧਾਨਕ ਮੈਨੂੰ ਤਾਂ ਜਦੋਂ ਤੂੰ ਬੜਾਵੇਂ ਕਰੋ ਵੇਖੀ ਜੋ ਸੋਚਾਂਗੇ ਜਾਣਾ ਨਹੀਂ ਤੁਹਾਨੂੰ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਭਾਰਤ ਸਰਕਾਰ ਸਮਝੌਤੇ ਦੀ ਗੱਲਬਾਤ ਲਈ ਦਿੱਲੀ ਬੁਲਾਏ ਤਾਂ ਜਾਣ ਨੂੰ ਤਿਆਰ ਹੋ ਸਕਦੇ ਹੋ ਜੇ ਤੁਹਾਡੇ ਨਾਲ ਗੱਲਬਾਤ ਰਾਹੀਂ ਸਿੱਖਾਂ ਦਾ ਮਸਲਾ ਹੱਲ ਹੋ ਸਕਦਾ ਹੋਵੇ ਤਾਂ ਤੁਸੀਂ ਸਹਿਯੋਗ ਦਿਓਗੇ ਜੇ ਗੱਲਬਾਤ ਰਾਹੀਂ ਮੇਰੇ ਦੁਆਰਾ ਮਸਲਾ ਹੱਲ ਹੋ ਸਕਦਾ ਹੋਵੇ ਮੈਂ ਪੂਰਾ ਸਹਿਯੋਗ ਦੇਵਾਂਗਾ ਪਰ ਦਿੱਲੀ ਜਾ ਕੇ ਨਹੀਂ ਤੇ ਨਾਨਕ ਨਿਵਾਸ ਰਹਿ ਕੇ ਜਿਹਨੇ ਆਉਣਾ ਇੱਥੇ ਆ ਜੀ ਮੈਂ ਤਾਂ ਜਾਣਾ ਨਹੀਂ ਕਿਉਂਕਿ ਜੇ ਸਾਡੇ ਲੀਡਰਾਂ ਦੇ 13 ਜਾਣ ਤੋਂ ਵੀ ਉਹਨਾਂ ਨੂੰ ਯਕੀਨ ਨਹੀਂ ਤੇ ਮੇਰੇ ਜਾਣ ਤੋਂ ਯਕੀਨ ਕਿਵੇਂ ਆਜੂ ਤੇ ਨਾ ਮੈਂ ਜਾਣਾ ਭਾਵੇਂ ਯਕੀਨ ਕਰ ਹੀ ਲੈਣਾ ਇੱਥੇ ਆ ਜੇ ਜੇ ਸ਼ੇਖ ਅਬਦੁੱਲੇ ਕੋਲੇ 2 ਵਾਰ ਜਾਵੜ ਦੱਸ ਸਕਦੇ ਪਿੱਛੇ ਮਹਿੰਦੀ ਲੱਗੀ ਆ ਉਹਦਾ ਬਿਮਾਰ ਦਾ ਪਤਾ ਲੈਣ ਗਈ ਕਿ ਨਹੀਂ 2 ਵਾਰ ਆਹੋ ਤੇ ਜੇ ਤੁਹਾਡੇ ਹੁਣ ਦਿੱਲੀ ਵਾਲੇ ਚੜਕ ਹੋਵੇ ਤੇ ਭੇਜੋ ਨਾ ਉਹਨੂੰ ਇੱਥੇ ਹਾਂ ਤੁਹਾਨੂੰ ਇੱਥੇ ਭੇਜਦਾ ਫਿਰ ਕਹਿੰਦੇ ਫਿਰ ਨਹੀਂ ਇੱਥੇ ਆਪਾਂ ਕਿਹੜਾ ਮਾਰਨਾ ਉਹਨੂੰ ਆਪਾਂ ਕਿਹੜਾ ਮਾਰਨਾ ਉਹਨੂੰ ਗੱਲਬਾਤ ਕਰਨੀ ਹੈ ਸਿੱਖ ਲੀਡਰਸ਼ਿਪ ਦੇ ਵਰਤਮਾਨ ਏਕੇ ਤੋਂ ਸੰਤੁਸ਼ਟ ਹੋ ਇਸ ਏਕਤਾ ਵਿੱਚ ਹੋਰ ਵਾਧੇ ਲਈ ਤੁਹਾਡੇ ਪਾਸ ਕੀ ਸੁਝਾਅ ਨੇ ਪ੍ਰਚਾਰ ਹੀ ਸਾਖੀਆਂ ਸੁਣਾਉਣੀਆਂ ਤੇ ਆਖਦੀਆਂ ਜੇ ਨਾ ਆਖੇ ਲੱਗਣ ਤਾਂ ਸੰਗਤ ਦਾ ਇਕੱਠ ਕਰਕੇ ਸੰਗਤ ਵਿੱਚ ਸਾਰਿਆਂ ਦੀਆਂ ਗੱਲਾਂ ਦੱਸਣੀਆਂ ਵੀ ਆਹ ਕਰਦਾ ਤੇ ਦ੍ਰਿੜਤਾ ਸਹਿਤ ਗੱਲ ਕਹਿ ਦੇਣੀ ਪਹਿਲਾ ਪ੍ਰਸ਼ਨ ਦਾ ਪੋਸਚਨ ਇਹ ਹੈ ਕਿ ਕੀ ਤੁਸੀਂ ਏਕਤਾ ਤੋਂ ਸੰਤੁਸ਼ਟ ਹੋ ਉਹ ਮੋਰਚੇ ਤੱਕ ਤਾਂ ਹਾਂ ਹੀ ਨਾ ਫਿਰ ਵੇਖੀ ਜਾਓ ਕਿਉਂ ਬਈ ਜਦੋਂ ਤੱਕ ਹੈਗੀ ਆ ਉਦੋਂ ਤੱਕ ਤਾਂ ਸੰਤੁਸ਼ਟ ਹੀ ਹੈ ਇਹ ਤਾਂ ਚੁੱਪ ਹੋ ਜਾਂਦਾ ਇਹਨੇ ਬਾਹਰ ਲਿਆਉਂਦੇ ਟੇਪ ਰੱਖੀ ਉਹਦੇ ਨਾਲ ਦੀ ਨਾਲੇ ਘੁੰਮੀ ਜਾਂਦਾ ਕੰਮ ਹਾਂ ਬਾਜੀ ਹੁਣ ਮੈਂ ਪੁੱਛਣ ਜਾਣ ਲੱਗੀ ਕੀ ਤੁਸੀਂ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ ਹਾਂਜੀ ਤੇ ਸਿੱਖ ਦੁਖੀ ਹਿਰਦੇ ਨੂੰ ਸ਼ਾਂਤੀ ਦਿਵਾਉਣ ਵਾਸਤੇ ਇੰਦਰਾ ਗਾਂਧੀ ਨੂੰ ਪ੍ਰੇਰਿਤ ਕੇ ਇੱਥੇ ਅੰਮ੍ਰਿਤਸਰ ਭੇਜੋਗੇ ਕਿ ਪਹਿਲਾਂ ਤੁਸੀਂ ਇਹ ਸਮਝਦੇ ਹੋ ਕਿ ਅਸੀਂ ਉਹ ਸਾਡੀ ਪ੍ਰੇਰਨਾ ਮੰਨ ਲੈ ਠਹਿਰ ਮੈਂ ਸਮਝਦਾ ਗਾਂ ਚੱਲ ਤੂੰ ਠਹਿਰ ਦੇ 1 ਮਿੰਟ ਫਿਕਰ ਨਾ ਕਰ ਮੈਂ ਸਮਝਦਾ ਤੂੰ ਕਰਵਾਏਗਾ ਤੇ ਚੱਲ ਨਹੀਂ ਇਸ ਪਾਸੇ ਨੇ ਦੂਜੇ ਪਾਸੇ ਕੰਨ ਫੜਾ ਲੈਂਦੇ ਆ ਜੇ ਤੁਹਾਡੀ ਹਿੰਮਤ ਨਹੀਂ ਕਿ ਤੁਸੀਂ ਦਿੱਲੀ ਦੀ ਜਿਤਨੀ ਸੰਗਤ ਸਿੱਖ ਹੋ ਉਹ ਸਾਰੇ ਇਕੱਠੇ ਹੋ ਕੇ ਉੱਥੇ ਦਿੱਲੀ ਗ੍ਰਿਫਤਾਰੀ ਦੇਵੋਗੇ ਇਹ ਹੁਣ ਉਹਨੂੰ ਤਾਂ ਨਹੀਂ ਮਨਾ ਸਕਦੇ ਤੁਸੀਂ ਆਪਸ ਵਿੱਚ ਤਾਂ ਮੰਨੋ ਨਾ ਨਹੀਂ ਦਿੱਲੀ ਦੇ ਸਾਰੇ ਸਿੱਖਾਂ ਨੂੰ ਇਕੱਠੇ ਕਰ ਸਕਣਾ ਇਹ ਕੋਈ ਜਥੇਬੰਦੀ ਦਾ ਪ੍ਰਧਾਨ ਪਾਰਟੀ ਸਹੀ ਕਾਂਗਰਸ ਛੱਡ ਲਾ ਅਕਾਲੀ ਪਾਰਟੀ ਦੀ ਗੱਲ ਕਰ ਰਿਹਾ ਇਹ ਜਥੇਬੰਦੀ ਦਾ ਕੋਈ ਪ੍ਰਧਾਨ ਕਹਿ